अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है, प्लीज सब्सक्राइब करें और उसके साथ ही नोटिफिकेशन बेल आ रहा है उसे भी क्लिक करें ताकि तुरंत नोटिफिकेशन आ जाए जो वीडियो हम अपलोड करें।
क्योंकि असी सतगुरु रविदास महाराज नूं अपने हिसाब नाल ढाल लिया आ। उन्होंने सिर ते कपड़ा लैण दी जां ना लैण दी किते गल नहीं कीती। असी सब तो वध उत्ते जोर दिंदे आ। व्रत रखण दी गल किते नहीं कीती। तुहाडे गुरुद्वारियां दे विच व्रतां दीयां कथावां हुंदियां आ और जिहड़ियां गल्लां कहीआं आ वो ते गौर कोई नहीं। जिहड़ी गल छाती फाड़न दी करदे आ, जिहड़ी जंजू कड्ढण दी गल करदे आ, मैं डॉक्टर अंबेडकर चेतना मार्च कमेटी के सारे वॉलंटियर्स नूं बेनती करदा, क्योंकि अगली परफॉर्मेंस तैयार होने वास्ते 2-4 मिनट हैगे आ। उस तो पहला असीं एक सन्मान जिहड़ा आ वो प्राप्त करना कि डॉक्टर अंबेडकर चेतना मार्च कमेटी के सारे मैंबर जिहड़े आ वो मंच उपर आ जाण, क्योंकि बाबा भगत राम जी स्पोर्ट्स क्लब बोलीना वाले वो स्पैशल साडे कोल आए आ कि वो इस कमेटी नूं सन्मानित करना चाहुंदे आ। सो मैं सारे वॉलंटियर साथी नूं बेनती करदा, सारे साथियों नूं बेनती करदा कि वो मंच ते आउण। हुण मैं बेनती करदा, ਅੱਜ ਭਾਰਤ ਰਤਨ ਬਾਬਾ ਸਾਹਿਬ ਦਾ 127ਵਾਂ ਜੋ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ ਪੂਰੇ ਭਾਰਤ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ, ਔਰ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਆ। ਆਪਾਂ ਅੱਜ ਦੇਖਦੇ ਹਾਂ ਵੀ ਫਗਵਾੜੇ ਤੇ ਜੋ ਹਮਲੇ ਸਾਡੇ ਸਾਥੀਆਂ ਤੇ ਹੋਏ ਆ, ਜੋ ਹਾਲਾਤ ਭਾਰਤ ਦੇਸ਼ ਦੇ ਵਿੱਚ ਬਣੇ ਹੋਏ ਆ, ਸਾਥੀਓ ਇਹ ਕੋਈ ਨਵੀਂ ਗੱਲ ਨਹੀਂ, ਲੇਕਿਨ ਸਾਡੇ ਲੋਕਾਂ ਨੂੰ ਇਹ ਆਦਤ ਪੈ ਗਈ ਆ ਵੀ ਅਸੀਂ ਆਪਣਾ ਜੋ ਇਤਿਹਾਸ ਆ ਉਹ ਭੁੱਲ ਜਾਂਦੇ ਆ। ਆ ਜੋ ਤੁਹਾਡੇ ਸਾਹਮਣੇ ਸਤੂਪ ਨਜ਼ਰ ਆ ਰਿਹਾ, ਇਹ ਸਮਾਰਕ ਆ ਭੀਮਾ ਕੋਰੇਗਾਉਂ ਦਾ। 1 ਜਨਵਰੀ 1818 ਨੂੰ ਯੁੱਧ ਹੋਇਆ ਸੀਗਾ, ਇਸ ਕਰਕੇ ਕਿਉਂਕਿ ਭਾਰਤ ਦੇਸ਼ ਦੇ ਵਿੱਚ ਪੇਸ਼ਵਾ ਦਾ ਰਾਜ ਆ ਗਿਆ ਸੀ। ਪੇਸ਼ਵਾ ਕੌਣ? ਪੇਸ਼ਵਾ ਉਹ ਜਿਹੜੇ ਠੋਕ ਵਜਾ ਕੇ ਹਰ ਹੀਲੇ ਤੋਂ ਮਨੂਵਾਦੀ ਸੀਗੇ। ਉਹਨਾਂ ਨੇ ਜਦੋਂ ਰਾਜ ਆਇਆ ਸਾਡੇ ਤੇ ਇੰਨਾ ਕੁ ਜ਼ੁਲਮ, ਇੰਨਾ ਤਸੱਦਦ ਢਾਇਆ, ਪਹਿਲਾ ਹੁਕਮ ਉਹਨੇ ਇਹ ਕਹਿ ਦਿੱਤਾ ਵੀ ਜੋ ਇਸ ਭਾਰਤ ਦੇਸ਼ ਦੇ ਮੂਲ ਨਿਵਾਸੀ ਲੋਕ ਆ ਉਹਨਾਂ ਦੀਆਂ ਔਰਤਾਂ ਸ਼ਰਮ ਵੀ ਆ ਰਹੀ ਆ ਮੈਨੂੰ ਇਹ ਗੱਲ ਕਰਦੇ, ਲੇਕਿਨ ਇਤਿਹਾਸ ਆ ਵੀ ਉਹ ਸਿਰਫ ਇੱਕੋ ਹੀ ਕੱਪੜਾ ਆਪਣੇ ਤਨ ਤੇ ਪਾਉਣਗੀਆਂ ਔਰ ਜਿਹੜੇ ਸ਼ੂਦਰ ਲੋਕ ਆ ਉਹਨਾਂ ਦੇ ਮੂੰਹਾਂ ਦੇ ਅੱਗੇ ਕੁੱਜੇ ਬੰਨ ਦਿੱਤੇ ਗਏ, ਮੂਲ ਨਿਵਾਸੀਆਂ ਦੇ ਪਿੱਠ ਦੇ ਪਿੱਛੇ ਝਾੜੂ ਬੰਨ ਦਿੱਤੇ ਗਏ ਵੀ ਇਹਨਾਂ ਦੀ ਪੈੜ ਵੀ ਇੱਥੇ ਨਾ ਰਵੇ। ਇਸ ਕਰਕੇ ਇਹ ਨਿਸ਼ਾਨ ਆ। ਔਰ ਸਾਡੇ 500 ਯੋਧਿਆਂ ਨੇ ਅੰਗਰੇਜ਼ ਸਰਕਾਰ ਨੂੰ ਇਹ ਕਿਹਾ ਵੀ ਤੁਸੀਂ ਮਹਾਰਾਸ਼ਟਰ ਤੇ ਹਮਲਾ ਕਰੋ ਔਰ ਸਾਡੇ ਅਧਿਕਾਰ ਸਾਨੂੰ ਦੇਵੋ, ਲੇਕਿਨ ਸਾਡੀ ਪਹਿਲੀ ਸ਼ਰਤ ਇਹ ਹੋਊਗੀ ਇਹੀ ਹੈ ਜੜ ਤੋਂ ਖਤਮ ਕਰਨਾ ਪੇਸ਼ਵਾ ਰਾਜ। ਸਾਡਾ ਧਰਮ ਆ, ਸਾਡੀ ਅਣਖ ਆ ਔਰ ਸਾਡਾ ਟੀਚਾ ਆ। ਸਾਡੇ ਉਹ ਯੋਧਿਆਂ ਨੇ ਉਹ ਕੀਤਾ। 71 ਫੁੱਟ ਉੱਚਾ ਇਹ ਸਤੰਭ ਬਣਿਆ ਹੋਇਆ ਮਹਾਰਾਸ਼ਟਰ ਦੇ ਵਿੱਚ, 500 ਯੋਧਿਆਂ ਦਾ ਨਾਂ ਆ ਉਹਦੇ ਉੱਤੇ। ਕੱਲ ਸਭ ਤੋਂ ਜ਼ਿਆਦਾ ਸਾਥੀ ਇਸ ਦੇ ਬਾਰੇ ਗੱਲ ਕਰਦੇ ਸੀਗੇ ਔਰ ਇਹਨਾਂ ਨੂੰ ਦੱਸਦੇ ਫਿਰ ਅਸੀਂ ਸਾਰਿਆਂ ਨੂੰ ਇਹ ਤੱਕ ਪਹੁੰਚਾ ਸਕੇ ਆ। ਤੁਹਾਨੂੰ ਵੀ ਇਹ ਕਰਨਾ ਵੀ ਇਹ ਜਿਹੜਾ ਇਤਿਹਾਸ ਆ ਯਾਦ ਰੱਖਿਓ। ਔਰ ਦੂਜਾ ਜ਼ੁਲਮ ਸਾਡੇ ਤੇ ਉਦੋਂ ਹੋਇਆ ਸੀਗਾ ਜਲਿਆਂਵਾਲੇ ਬਾਗ ਦਾ ਕਾਂਡ। ਸਾਨੂੰ ਕਿਤਾਬ 'ਚ ਇਹ ਪੜਾਇਆ ਗਿਆ ਵੀ ਅੰਗਰੇਜ਼ਾਂ ਨੇ ਜਲਿਆਂਵਾਲੇ ਬਾਗ ਤੇ ਗੋਲੀ ਚਲਾਈ ਵਿਸਾਖੀ ਦੇਖਣ ਆਏ ਲੋਕਾਂ ਤੇ, ਲੇਕਿਨ ਉਹ ਬਿਲਕੁਲ ਗਲਤ ਸੀਗਾ। ਸਾਡੇ ਤੇ ਗੋਲੀ ਇਸ ਕਰਕੇ ਚੱਲੀ ਵੀ ਵਿਸ਼ਵ ਜੰਗ ਖਤਮ ਹੋਇਆ ਸੀਗਾ ਔਰ ਸਾਡੇ ਜੋ ਬਜ਼ੁਰਗ ਲੋਕ ਸੀਗੇ ਉਹ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਸੀਗੇ। ਅਰੂੜ ਸਿੰਘ ਉਸ ਵੇਲੇ ਦਾ ਉੱਥੇ ਦਾ ਜਥੇਦਾਰ ਸੀਗਾ, ਸਾਨੂੰ ਮੱਥਾ ਟੇਕਣ ਨਹੀਂ ਦਿੱਤਾ ਗਿਆ। ਇਸ ਕਰਕੇ ਸਾਡੇ ਉਹ ਬਜ਼ੁਰਗ ਮੂਲ ਨਿਵਾਸੀ ਲੋਕ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਬੈਠੇ ਸੀਗੇ, ਲੇਕਿਨ ਜਨਰਲ ਅਡਵਾਇਰ ਨੂੰ ਮੇਰੀ ਗੱਲ ਤੇ ਗੌਰ ਕਰਿਓ। ਇੱਕ ਜਨਰਲ ਅਡਵਾਇਰ ਸੀ ਜਿਹਨੇ ਹੁਕਮ ਦਿੱਤਾ ਸੀਗਾ, ਇੱਕ ਜਨਰਲ ਡਾਇਰ ਸੀਗਾ ਜਿਹਨੇ ਗੋਲੀ ਚਲਾਈ ਸੀ, ਅਡਵਾਇਰ ਨੇ ਹੁਕਮ ਦਿੱਤਾ ਸੀਗਾ। ਲੇਕਿਨ ਉਸੇ ਧਰਤੀ ਤੋਂ ਸਾਡਾ ਇੱਕ ਯੋਧਾ ਉੱਠਿਆ ਜਿਹਦਾ ਨਾਂ ਸੀ ਸ਼ਹੀਦ ਆਜ਼ਮ ਊਧਮ ਸਿੰਘ। ਅੱਜ ਠੋਕ ਵਜਾ ਕੇ ਲੋਕੀ ਕਹਿੰਦੇ ਨੇ ਵੀ ਜਲਿਆਂਵਾਲੇ ਬਾਗ ਦਾ ਜੇ ਊਧਮ ਸਿੰਘ ਬਦਲਾ ਲੈਂਦਾ ਨਾ, ਇੱਕ ਤਾਣ ਕੇ ਆਪਾਂ ਤੁਰਦੇ ਨਾ ਤਾਂ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ। ਤੇ ਮੇਰੇ ਵੀਰੋ ਭੈਣੋ ਯਾਦ ਰੱਖਿਓ ਉਸ ਯੋਧੇ ਨੂੰ। ਯੋਧੇ ਫੇਰ ਪੈਦਾ ਹੋਣਗੇ। ਅੱਜ ਜੋਲ ਹਸਪੀਟਲ ਦੇ ਮੁੰਡੇ ਜਿਹਦੇ ਗੋਲੀ ਲੱਗੀ ਹੋਈ ਆ, ਮੈਂ ਦੇਖ ਕੇ ਆਇਆ ਉਹਨੂੰ।
ਉਹ ਹਾਲਾਤ ਕਰ ਰਹੇ ਆ ਉਹ ਸਾਡੇ ਲੋਕਾਂ ਦੇ। ਸਾਨੂੰ ਵੀ ਸੋਚਣਾ ਪਏਗਾ ਵੀ ਅਸੀਂ ਕਿਹੜਾ ਪਲੇਟਫਾਰਮ ਚੁਣਨਾ। ਗੁਰੂ ਰਵਿਦਾਸ ਸਾਹਿਬ ਰਾਜ ਦੀ ਗੱਲ ਕਰ ਗਏ ਆ, ਕਬੀਰ ਮਹਾਰਾਜ ਜੀ ਕਰ ਗਏ, ਦਿੱਲੀ ਤੱਕ ਪਹੁੰਚਣਾ ਆ। ਡਾਕਟਰ ਸੁਰਿੰਦਰ ਹੁਣਾਂ ਨੇ ਦੱਸਿਆ, ਸਾਰੇ ਸਾਥੀ ਇਹੀ ਗੱਲ ਕਰਦੇ ਆ, ਆਪਣਾ ਇਤਿਹਾਸ ਨਾ ਭੁੱਲਿਓ। ਇਸੇ ਕਰਕੇ ਸਾਡੇ ਤੇ ਜ਼ੁਲਮ ਹੁੰਦੇ ਆ। ਔਰ ਉਹਦੇ ਬਾਰੇ ਇਤਿਹਾਸਕਾਰ ਊਧਮ ਸਿੰਘ ਬਾਰੇ ਇਹ ਵੀ ਕਹਿੰਦੇ ਨੇ, ਮੈਂ ਬਾਰ-ਬਾਰ ਊਧਮ ਸਿੰਘ ਦੀ ਗੱਲ ਕਰਦਾ, ਇਸ ਕਰਕੇ ਜਿੰਨੇ ਜ਼ਿਆਦਾ ਯੋਧਿਆਂ ਦੀਆਂ ਕਥਾਵਾਂ ਕਹਾਣੀਆਂ ਸਾਡੀਆਂ ਮਾਵਾਂ ਸਾਨੂੰ ਸੁਣਾਉਣਗੀਆਂ, ਉਸੇ ਤਰੀਕੇ ਦੇ ਬੱਚੇ ਸਾਡੇ ਪੈਦਾ ਹੋਣਗੇ ਸਾਡੀ ਕੌਮ ਦੇ। ਸਾਨੂੰ ਰਾਜੇ ਰਾਣੀਆਂ ਦੀਆਂ, ਚੋਰਾਂ ਦੀਆਂ, ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਸੁਣਾਈਆਂ, ਇਸ ਕਰਕੇ ਅਸੀਂ ਅੰਧ ਵਿਸ਼ਵਾਸਾਂ ਵਿੱਚ ਫਸੇ ਰਹੇ ਹਾਂ। ਔਰ ਉਹਦੇ ਬਾਰੇ ਊਧਮ ਸਿੰਘ ਬਾਰੇ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿੰਦੇ ਆ, ਜਿੱਦਾਂ ਸਾਰੇ ਦੁਨੀਆ ਦੇ ਵਿੱਚ ਲੋਕ ਮੰਨਦੇ ਆ ਸਮਾਰਕਾਂ ਬਣ ਗਈਆਂ, ਮੈਂ ਭਗਤ ਸਿੰਘ ਦਾ ਕੋਈ ਦੋਖੀ ਨਹੀਂ ਹੈਗਾ, ਕੋਈ ਵਿਰੋਧੀ ਨਹੀਂ ਹੈਗਾ। ਜ਼ਿਲ੍ਹਾ ਨਵੇਂ ਸ਼ਹਿਰ ਦਾ ਨਾਮ ਉਹਨਾਂ ਨੇ ਸ਼ਹੀਦ ਆਜਮ ਊਧਮ ਸਿੰਘ ਰੱਖ ਦਿੱਤਾ, ਇਹ ਸ਼ਹੀਦ ਆਜਮ ਭਗਤ ਸਿੰਘ ਦੇ ਨਾਂ ਤੇ ਰੱਖਿਆ, ਲੇਕਿਨ ਸੰਗਰੂਰ ਜ਼ਿਲ੍ਹੇ ਦਾ ਨਾਮ ਉਹਨਾਂ ਨੇ ਨਹੀਂ ਬਦਲਿਆ। ਕਿਉਂ? ਕਿਉਂਕਿ ਉਹ ਤੁਹਾਡਾ ਮੂਲ ਨਿਵਾਸੀ ਯੋਧਾ ਸੀਗਾ। ਅੱਜ ਸਿਰਫ ਸਾਨੂੰ ਸੈਂਟਰ ਤੋਂ ਖਤਰਾ ਨਹੀਂ, ਪੰਜਾਬ ਗਵਰਨਮੈਂਟ ਨੇ ਸਾਡੇ ਤੇ 4000 ਪਰਚਾ ਜਿਹੜਾ ਆ ਉਹ ਵੀ ਕਰ ਦਿੱਤਾ ਆ। ਤੇ ਹੁਣ ਇਹ ਦੇਖੋ ਵੀ ਅਸੀਂ ਇਹ ਪਾਸਾ ਦੇਖੀਏ ਕਿ ਉਹ ਦੇਖੀਏ। ਲੜਾਈ ਸਿਰਫ ਸਾਡੀ ਮੂਲ ਨਿਵਾਸੀਆਂ ਦੀ ਰਹਿ ਗਈ ਆ। ਮੂਲ ਨਿਵਾਸੀ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਬਾਕੀ ਸਾਰੇ ਨਾਂ ਸਾਨੂੰ ਮਨੂਵਾਦ ਦੇ ਦਿੱਤੇ ਹੋਏ ਆ। ਔਰ ਇਹ ਸਾਡਾ ਪਿਛੋਕੜ ਆ, ਸਿੰਧੂ ਘਾਟੀ ਦੀ ਸੱਭਿਅਤਾ, ਸਮਰਾਟ ਅਸ਼ੋਕ ਸਾਡੇ ਰਾਜੇ ਸੀਗੇ। ਸਾਨੂੰ ਉਹਨਾਂ ਬਾਰੇ ਯਾਦ ਰੱਖਣਾ ਚਾਹੀਦਾ ਆ, ਫੇਰ ਹੀ ਆਪਣੀ ਕੌਮ ਨੂੰ ਅਸੀਂ ਅੱਗੇ ਲਿਜਾ ਸਕਦੇ ਹਾਂ। ਲਾਸਟ ਮੈਂ ਗੱਲ ਕਰਦਾ ਸਿਰਫ ਊਧਮ ਸਿੰਘ ਬਾਰੇ। ਉਹਨੇ ਆਪਣੀ ਬਾਂਹ ਤੇ ਲਿਖਾਇਆ ਸੀਗਾ ਰਾਮ ਮੁਹੰਮਦ ਸਿੰਘ ਆਜ਼ਾਦ, ਤਾਂ ਕਿ ਅਗਰ ਮੇਰੀ ਮੌਤ ਹੋ ਜਾਏ, ਫਾਂਸੀ ਚੜ ਜਾ, ਕਿਸੇ ਵੀ ਤਰੀਕੇ ਨਾਲ ਕੋਈ ਇਹ ਨਾ ਸਾਬਤ ਕਰ ਸਕੇ ਮੈਂ ਕਿਹੜੀ ਜਾਤ ਨਾਲ ਬਿਲੋਂਗ ਕਰਦਾ, ਕਿਹੜੇ ਧਰਮ ਨਾਲ ਕਰਦਾ। ਉਹਨੇ ਪੂਰੇ ਭਾਰਤ ਦੇਸ਼ ਦਾ ਨਾਂ ਛਾਪ ਕੇ ਰੱਖਿਆ ਸੀਗਾ ਆਪਣੇ ਬਾਜੂ ਦੇ ਉੱਤੇ। ਕਹਿੰਦੇ ਮੈਂ ਵਤਨੀ ਊਧਮ ਜੰਮਿਆ, ਅੱਜ ਰਾਮ ਮੁਹੰਮਦ ਸਿੰਘ, ਅਸੀਂ ਬਦਲਾ ਲੈਣਾ ਜਾਣਦੇ, ਸਾਨੂੰ ਆਉਂਦੇ ਨਾ ਬਲ ਵਿੰਗ, ਜਦ ਤੱਕ ਨਾ ਮੁੱਕੀਆਂ ਗੋਲੀਆਂ ਰਹੇ ਚੱਲਦੇ ਤੇਰੇ ਫੈਰ, ਹੋ ਗਏ ਆ ਗਈ ਭਾਜੀ ਮੌਤ ਦੀ, ਤੂੰ ਤਕੜਾ ਹੋ ਡਵੈਰ। ਮੈਂ ਕਸਮ ਖਾਦੀ ਤੈਨੂੰ ਮਾਰਨਾ ਤੇ ਅੱਜ ਹੋ ਗਿਆ ਦਿਨ ਆ, ਮੇਰੇ ਧਰਤੀ ਪੱਬ ਨਾ ਲੱਗਦੇ ਤੇ ਮੈਨੂੰ ਗੋਡੇ ਗੋਡੇ ਚਾਹ। ਯਾਦ ਕਰੋ ਸ਼ੂਰਵੀਰ ਯੋਧੇ ਨੂੰ। ਜ਼ਿਆਦਾ ਕੁਝ ਮੈਂ ਨਾ ਕਹਿੰਦਾ ਹੋਇਆ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕੀ, ਜੈ ਗੁਰਦੇਵ, ਧੰਨ ਗੁਰਦੇਵ, ਜੈ ਮੂਲ ਨਿਵਾਸੀ। क्रांति चैनल वालों 6:30 ਤੋਂ ਲੈ ਕੇ 7 ਵਜੇ ਤੱਕ ਤੁਸੀਂ 434 ਨੰਬਰ ਤੇ ਇਹ ਪ੍ਰੋਗਰਾਮ ਦੀ ਟੈਲੀਕਾਸਟ ਦੇਖ ਸਕਦੇ ਆ। ਔਰ ਤੁਸੀਂ ਹਮੇਸ਼ਾ ਇਹ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਆ ਤੇ ਅਸੀਂ ਹਰੇਕ ਨੂੰ ਮੈਸੇਜ ਦਿੰਦੇ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਓ। ਅੱਜ ਇੱਕ ਸਾਥੀ ਦਾ ਮੈਸੇਜ ਆਇਆ ਕਿ ਪ੍ਰੋਗਰਾਮ ਸ਼ੁਰੂ ਕਿੰਨੇ ਵਜੇ ਹੋਣਾ। ਮੈਨੂੰ ਤਕਰੀਬਨ 4 ਵਜੇ ਮੈਸੇਜ ਆਇਆ, 4-5 ਵਜੇ, ਤੇ ਮੈਂ ਉਹਨੂੰ ਇਹ ਕਿਹਾ ਵੀ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ, ਤੁਸੀਂ ਨਾ ਆਇਓ। ਤੁਸੀਂ ਹੈਰਾਨ ਹੋ ਜਾਓਗੇ ਕਿ ਮੈਂ ਉਸ ਸਾਥੀ ਨੂੰ ਕਿਹਾ ਕਿ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ, ਤੁਸੀਂ ਨਾ ਆਇਓ। ਉਹਦੇ ਪਿੱਛੇ ਕਾਰਨ ਕੀ ਸੀਗਾ? ਮਤਲਬ ਕਿ ਬਿਲਕੁਲ ਉਲਟੀ ਗੰਗਾ ਇਹਨੂੰ ਮੈਂ ਕਹਿਣਾ ਬਹਿ ਗਈ ਉਹ, ਕਿਉਂਕਿ ਉਹ ਸਾਡਾ ਸਾਥੀ ਪਿਛਲੇ 8-9 ਮਹੀਨੇ ਤੋਂ ਬਿਮਾਰ ਹੈ, ਕਿਡਨੀ ਦੀ ਪ੍ਰੋਬਲਮ ਹੈ। ਮਿਸ਼ਨ ਦਾ ਇੱਕ ਬਹੁਤ ਵੱਡਾ ਸਿਪਾਹੀ ਆ, ਦਿਨ ਨਹੀਂ ਦੇਖਦਾ, ਰਾਤ ਨਹੀਂ ਦੇਖਦਾ। ਅਸੀਂ ਉਹਨੂੰ ਕਈ ਵਾਰੀ ਸ਼ਦਾਈ ਕਹਿੰਦੇ, ਕਈ ਵਾਰੀ ਨੂੰ ਪਾਗਲ ਕਹਿੰਦੇ ਆ, ਪਰ ਉਹ ਨਹੀਂ ਮੰਨਦਾ। ਕਿਡਨੀਆਂ ਦੀ ਪ੍ਰੋਬਲਮ ਹੈ, ਕ੍ਰੈਟਿਨਿਨ 13 ਆ। ਜੈ ਭੀਮ, ਜੈ ਭੀਮ। ਜਿਹੜੀ ਫੌਜ ਦੇ ਵਿੱਚ ਇਹੋ ਜਿਹੇ ਸਿਪਾਹੀ ਹੋਣਗੇ, ਉਹ ਫੌਜ ਮੈਦਾਨੇ ਜੰਗ 'ਚ ਕਦੀ ਹਾਰ ਨਹੀਂ ਸਕਦੀ। ਜੈ ਭੀਮ, ਜੈ ਭੀਮ। ਸਾਥੀਓ ਖੜੇ ਹੋ ਕੇ ਮੈਂ ਬੇਨਤੀ ਕਰਦਾ ਕਿ ਇਹ ਸਾਥੀ ਦੀ ਹੌਸਲਾ ਅਫਜ਼ਾਈ ਕਰੋ, ਤਾੜੀਆਂ ਮਾਰੋ। ਜੈ ਭੀਮ, ਜੈ ਭੀਮ, ਜੈ ਭੀਮ। ਔਰ ਅਸੀਂ ਮੰਗਲ ਕਾਮਨਾ ਕਰਦੇ ਹਾਂ ਕਿ ਇਹ ਸਾਥੀ ਜਲਦੀ ਤੋਂ ਜਲਦੀ ਠੀਕ ਹੋਵੇ ਔਰ ਮੈਦਾਨੇ ਜੰਗ ਦੇ ਵਿੱਚ ਦੁਬਾਰਾ ਲੌਟ ਕੇ ਆਵੇ। ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਨੂੰ ਪੈਸੇ ਪੁੱਛੇ, ਪੈਸੇ ਕਹਿੰਦੇ ਲੈਣੇ ਨਹੀਂ ਹੈਗੇ।
और उस तो इलावा चेतना मार्च वास्ते इन्होंने कड़ी चावल का लंगर लगाया और होर भी साड़ी बहुत सारी सहायता की है। असीं इन्हां साथियों के बहुत बहुत धन्नवादी हाँ। अज डॉक्टर बाबा साहब भीमराव अंबेडकर जी के 127वें जन्मदिन ते बहुजन समाज के वीरां नूं और चेतना मार्च कमेटी के अहुदेदारां नूं मेरे वालों लख लख बधाई। साथियों, बहुत कुछ परफॉर्मेंस के थ्रू बाबा साहब के जीवन बारे तुसी देख लिया, लेकिन इस वेले जिहड़ी लड़ाई है वो बहुत फैसलाकुन मोड़ ते जा रही है, जिहदा दृश्य जिहड़ा तुसीं पिछले 1 महीने तो बड़ा तेज देखिया। लेकिन मैनूं माण है डॉक्टर अंबेडकर चेतना कमेटी ते और जिन्हीं अपना सुनेहा जलंधर विच नहीं अपने पंजाब विच नहीं, ये जिहड़ा सुनेहा पूरे देश दे विच चेतना मार्च कमेटी वालों जलंधर वालों गया, जिहड़ा पिछे जिन्ना भी दलित समाज ते बहुजन समाज ते क्रूरता हुई उहदे लई जेकर साडे साथी सिर ते कफन बन के मैदाने जंग विच आए आ तां मैं ये समझदा अज पंजाब की धरती तो जलंधर की धरती तो बहुत ज़्यादा सिहरा जिहड़ा वो चेतना कमेटी नूं जांदा। साथियों, वो दिनां दा भी पता जदों जलंधर दे विच बाबा साहब जी के जन्मदिन ते कुछ 20-30 बंदे और 2-3 रिक्शा ते जाके एक साडे समाज नूं सुनेहा दिंदे सी डॉक्टर बाबा साहब अंबेडकर जी के बारे। लेकिन बड़े माण की गल है और ये साडी जिहड़ी कोशिश साडे वीरां ने थोड़ा जिहा 2-4 सालों तो पिछों की है, उन्होंने जिहड़ा फल नहीं पै रहा, ईवन वो दिन दुगनी रात चौगनी तरक्की कर रहा है, उहदे नाल ही असीं समूह वाल्मीक जथेबंदियां दा भी बड़ा सहयोग रहा। मैं देख रहा सी उस दिन बई किहड़े मकाम तो शुरू होया किहड़े मकाम ते पहुंचा। साथियों, ये जिहड़े हालात बनते जा रहे आ, ये घर बैठण दे हालात नहीं, छोटे बच्चे तो लैके बड़े बजुर्ग तक ये लड़ाई दे विच जिहड़ी फैसला कुन जित दे लई तुसीं अपना रोल निभाउणा। सो बाबा साहब जी का मेन संदेश जिहड़ा पढ़ो जुड़ो अते संघर्ष करो। मैं समझदा बई साडी सोसाइटी जो कुछ असीं हाँ अज जिहड़े मुकाम ते पहुंचे हाँ, ये असीं जिंदगी विच कदे सुपने विच नहीं सोच सकते सी। साडे स्टेज ते थल्ले एक पोस्टर लगा, देखो 1860 दे विच 1850 दे विच साडी की हालत सी और साडी अज जिहड़ी हालात साडी होई है, जिहड़े साडे जिन्ने भी मंत्री आ MLA आ ऑफिसर है वो कित्थे पहुंचे आ। एक झाती मार के देखो, जेकर बाबा साहब का संविधान 1950 का साडे देश विच ना हुंदा तां साडी हालत की हुंदी। सो मेरी गुजारिश है समूह समाज नूं, दलित समाज नूं कि इस फैसला कुन लड़ाई दे विच अपने बच्चों नूं पढ़ाई दे नाल पूरे लैस करके इस लड़ाई इस जंग दे विच तुसीं तोरना। और जिहड़े पढ़े लिखे मेरे वीर है, मैं फिर भी देखदा बई बहुत सारे जिहड़े बनदा योगदान है वो नहीं पा रहे, खास तौर पर साडे पढ़े लिखे जिहड़े नौकरी पेशा लोग है वो भी जिहड़ी बनदी जिम्मेवारी अपनी निभा नहीं रहे, जबकि बहुत सारी जिम्मेवारी जिहड़ी है मनो धनों इन्हां द्वारा करनी बनती है। ये समाज नूं भी मेरी बेनती है कि जिस इरादे दे नाल जिस मिशन दे नाल चेतना मार्च कमेटी ने बीड़ा चुक्या उन्हां दा असीं तनो मनो साथ दईए और बाबा साहब जी का जिहड़ा संदेश है कि असीं इस देश ते राज करना, वो अपना तनो मनो इन्हां दी सहायता करके आपां पाइए। पढ़ो जुड़ो संघर्ष का जिहड़ा नारा उन्होंने बुलंद करिए। देश दे विच जिहड़े भी गैर मानवतावादी लोग ने उन्होंने अपने दिमाग दे नाल भजाइए। जिस तरह तुसीं 2 अप्रैल का जिहड़ा हुई है बंद हुई, मैं देखदा सी बई 2 अप्रैल के बंद के लिए ये जिहड़ी चेतनता आई है
ਉਹਦੇ ਵਿੱਚ ਵੀ ਅੰਬੇਦਕਰ ਚੇਤਨਾ ਕਮੇਟੀ ਦਾ ਬਹੁਤ ਰੋਲ ਹੈ। ਆਪਾਂ ਦੇਖਦੇ ਹਾਂ ਪੂਰੇ ਦੇਸ਼ ਦੇ ਵਿੱਚ 100% ਬੰਦ ਰਿਹਾ, ਲੇਕਿਨ ਜੇਕਰ ਦੇਖਿਆ ਜਾਵੇ ਵੀ ਕੌਲ ਕਿੱਥੋਂ ਆਈ ਆ, ਕੌਲ ਕਿੱਥੋਂ ਨਹੀਂ ਆਈ, ਇਹ ਸਮਾਜ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ, ਪਾਰਲੀਮੈਂਟ ਦੇ ਮੈਂਬਰ ਤੱਕ, ਇਹ ਜਿਹੜੀ ਜਥੇਬੰਦੀਆਂ ਸੀ ਇਨੀ ਆਪਣਾ ਦਿਨ ਰਾਤ ਦੁੱਗਣੀ ਤਰੱਕੀ ਕਰਕੇ ਜਿਹੜੀ ਆਪਣੀ ਦੂਜੀ ਮਿਹਨਤ ਕਰਕੇ ਇਸ ਮੁਕਾਮ ਤੱਕ ਪਹੁੰਚਾਇਆ। ਲੇਕਿਨ ਫਿਰ ਵੀ ਉਹ ਜਿਹੜੀ 2 ਤਰੀਕ ਦੀ ਲੜਾਈ ਹੈ, ਉਹ ਸ਼ਾਇਦ ਸਾਨੂੰ ਇਸ ਤੋਂ ਵੱਡਾ ਹੋਰ ਸੰਘਰਸ਼ ਕਰਨਾ ਪਵੇ, ਕਿਉਂਕਿ ਜਿਹੜੇ ਗੈਰ ਮਾਨਵਤਾਵਾਦੀ ਲੋਕ ਹੈ ਉਹ ਨਹੀਂ ਚਾਹੁੰਦੇ ਕਿ ਇਹ ਜਿਹੜਾ ਵਰਤਾਰਾ ਆ ਇਹ ਕਿਸੇ ਮੁਕਾਮ ਤੇ ਪਹੁੰਚੇ। ਉਹ ਇਹ ਚਾਹੁੰਦੇ ਆ ਬਈ ਇਹ ਜਿਹੜਾ ਸਿਸਟਮ ਹੈ ਜਿੱਦਾਂ ਦਾ ਹੈ ਉਦਾਂ ਦਾ ਹੀ ਚੱਲੇ। ਲੇਕਿਨ ਸਾਥੀਓ, ਬੜੀ ਲੋੜ ਹੈ ਸਾਨੂੰ ਇਸ ਮਿਹਨਤ ਦੇ ਨਾਲ ਇਹਨਾਂ ਦੀ ਜਿਹੜਾ ਸਾਥ ਦੇਣ ਦੀ। ਇਸ ਕਰਕੇ ਇਸ ਮੰਚ ਤੋਂ ਮੈਂ ਸਮੂਹ ਜਥੇਬੰਦੀਆਂ ਦਾ, ਸਮੂਹ ਦਲਿਤ ਵੀਰਾਂ ਦਾ ਔਰ ਧੰਨਵਾਦ ਕਰਦਾ, ਔਰ ਚੇਤਨਾ ਕਮੇਟੀ ਦੇ ਅਹੁਦੇਦਾਰਾਂ ਦਾ ਇੱਕ ਵਾਰੀ ਕਿ ਇਸ ਸਾਡੇ ਸਮਾਜ ਨੂੰ ਜਗਾਉਣ ਦੇ ਲਈ ਜਿਹੜਾ ਬੀੜਾ ਚੁੱਕਿਆ। ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਜੈ ਭੀਮ। ਤੁਹਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਹੁਣ ਇਹ ਸਮਾਗਮ ਖਤਮ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਕੜਾਹ ਦਾ ਪ੍ਰਸ਼ਾਦ ਵੰਡਿਆ ਜਾਏਗਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ। ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ, ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ, ਦਿੱਲੀ ਵਾਲੇ ਰਸਤੇ ਨੂੰ ਕਿਉਂ ਨਹੀਂ ਤੁਰਦੇ। ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ,
ਸਿਸਟਰ ਪ੍ਰਿਆ ਮਲ ਜੀ। ਅਸੀਂ ਬੂਟਾ ਮੰਡੀ ਤੋਂ ਆਏ ਹਾਂ ਤੇ ਚੇਤਨਾ ਮਾਰਚ ਦੇ ਲਈ ਤੇ ਮਿਸ਼ਨ ਦੇ ਲਈ ਮੈਂ ਹਮੇਸ਼ਾ ਰੈਡੀ ਰਹਿੰਦੀ ਹਾਂ ਕੰਮ ਕਰਨ ਦੇ ਲਈ। ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਕੁੜੀ ਆ ਮੇਰੇ ਨਾਲ ਕੋਈ ਚੱਲੂਗਾ ਜਾਂ ਨਹੀਂ। ਮੈਂ ਕਹਿੰਦੀ ਹੁੰਦੀ ਆ ਕਿ ਅਗਰ ਮੈਨੂੰ ਇਕੱਲੀ ਨੂੰ ਵੀ ਤੁਰਨ ਦੀ ਜ਼ਰੂਰਤ ਪਈ ਹੈ ਨਾ ਤੇ ਮੈਂ ਤੁਰਾਂਗੀ। ਤੇ ਗਾਣਾ ਜਿਹੜਾ ਹੈਗਾ ਆ ਕਿ ਮੇਰੀ ਫੋਟੋ ਰੱਖ ਕੇ ਕੜਾਹ ਵੰਡੀ ਜਾਂਦੇ ਹੋ, ਅਸੀਂ ਦਾ ਜਿਹੜਾ ਲਾਸਟ ਪੈਰਾ ਉਹ ਛੱਡ ਦਿੱਤਾ ਏ, ਕਿਉਂਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਫਿਲਾਸਫੀ ਹੈਗੀ ਆ ਉਹ ਕੁਝ ਹੋਰ ਆ। ਪਰ ਆਪਾਂ ਜਿਹੜੇ ਗੁਰਦੁਆਰੇ ਮੰਦਿਰਾਂ 'ਚ ਦੇਖਦੇ ਆ ਨਾ, ਉੱਥੇ ਆਪਾਂ ਨੂੰ ਕੁਝ ਹੋਰ ਹੀ ਸਿਖਾਇਆ ਜਾ ਰਿਹਾ ਆ। ਗੁਰੂ ਰਵਿਦਾਸ ਮਹਾਰਾਜ ਜੀ ਕ੍ਰਾਂਤੀਕਾਰੀ ਗੁਰੂ ਸਨ, ਆਪਾਂ ਨੂੰ ਕਿੰਨੇ ਲੋਕ ਦੱਸਦੇ ਆ? ਮੇਰੇ ਖਿਆਲ ਨਾਲ ਕੋਈ ਨਹੀਂ ਦੱਸਦਾ। श्री गुरु रविदास महाराज जी कहते हैं कि ऐसा चाहूं राज में जहां मिले सबन को अन्न, छोट बड़े सब सम बसे रविदास रहे प्रसन्न। देखो उन्होंने कहा कि कल आने चमारा या एक किसी कैटागरी नहीं चाहिए, वो कहते सबन को मैं फिर ही परसानिया। ते आपां किहड़ी फिलोसफी घोटी जांदे आ, माइंड ना करियो। मैं सच्चियां जिहियां गल्लां काफी कर दिंदी हुंदी कई बार, मैनूं स्टेज ते किते बोलण दा मौका मिले। आपां किते माता दे जाना होवे ना, सब तो अगे अपना ही चोना हुंदा आ। किते बाबे दे होर किसे जाना आ, सब तो मोहरे अपनियां हुंदियां लाइनां, आपां जाना आपां। किते मड़ियां मसीतां नूं जाना होवे ना, उत्थे भी कहंदे आपां जाना आ। मेरी एक गल प्लीज याद रखो कि पहला बाबा साहब अंबेडकर जी की जिहड़ी फिलोसफी आ, श्री गुरु रविदास महाराज जिहड़ी फिलोसफी आ, पहला उहदा पल्ला फड़ लो ताकि आपां फेर ही तरना आ। तर भी आपां फेर सकदे, पर आपां ना सारे इधर उधर गल्लां जिहड़ियां हैगियां मनोवाद वाली चीज़ां उह च फसे हुए आ। बेशक मनु स्मृति बाबा साहब जी ने जला दी सी, पर जिहड़ा मनोवाद साडे दिमागां विच अज भी बैठा होया है ना, मैनूं प्लीज दसो आपां नूं कदों फूकना आ? क्योंकि मैं तां उहनूं फूक दित्ता आ ते मैं विश्वास करदी ते आस करदी आ कि तुसीं भी जल्दी फूकोगे। जय भीम, जय भारत। बाबा साहब जी दे जन्म दिवस ਦੀਆਂ ਤੁਹਾਨੂੰ बहुत बहुत मुबारकां। सो मेरे नाल सारे बोलो जय भीम, जय भीम। आपा मैं थोड़ा लिंक तो हट के गल करूंगी। बाबा साहब की कामयाबी दे विच उन्हां दी वाइफ दा बहुत वड्डा हत्थ सी, पर आपा उन्हां दी वाइफ बारे कोई गल नहीं करते, जबकि जे उन्हां दा सहयोग ना हुंदा तां शायद बाबा साहब भी इस बुलंदियां नूं ना पाउंदे। ना मैं हुंदा बाबा साहब ते ना लगी हुंदी मेरे टाई, जे औंकड़ा विच साथ ना दिंदी रवा बाई। बाकी दूसरी गल, देश दे विच हुण जे होया कि एक बच्ची दे नाल मंदिर दे विच दिन रात 8 दिन बलात्कार कीता जांदा, ठीक है। मैं ये कहना चाहूंगी कि संत सम्मेलन कराउण दी थां अंबेडकर सम्मेलन कराओ, तां साडियां धीआं भैणां दी इज्जत दी रखवाली की जाएगी। थैंक यू सो मच। जय भीम, जय भारत। एक ग्रुप है बूटा मंडी तो, ये जो बीज बोए जा रहे हैं इन्होंने दरख्त बनना और इन्होंने फल देना, असीं इन्हां तो बहुत आसबंद हां। और यह जिहड़ी बेटी है अगे बेटे, ये कुड़ी जिहड़ी है ये पहाड़ां ते चढ़दी है जी, ये सच्ची कहना वे माउंटेनियर है। ये एक जोरदार क्लैपिंग करो। और ये बाकियां नूं भी पहाड़ां ते चढ़ा रहे हैं। हुण पहाड़ां मतलब उच्चियां टीसियां साडे वास्ते। और मैं अपने साथियों को बेनती करूंगा कि इन्हां दा सन्मानित भी असीं हुणे इत्थों कर दईए। डॉक्टर अंबेडकर चेतना मार्च कमेटी के सारे साथी जिहड़े आ वो इधर आ जाण ताकि ना मैं करदा पर यह है हुण मैं बेनती करदा एडवोकेट जिंदरपाल जी नूं कि वो अपनी गल रखण। एडवोकेट जिंदरपाल जी बोपा राय। हेलो हेलो। भारत रत्न बाबा साहब भीमराव जी अंबेडकर जी के 127वें जन्मदिन के संबंध में एकत्रित उन्हां दे विचारधारा दे नाल सहमत इस पंडाल विच बैठे वीरों भैनों ते बुजुर्गों बच्चों, मैं तुहानू सब नू बाबा साहब जी दे जन्मदिन दियां वधाइयां दिंदा हां ते उम्मीद करदा हां कि जिस तरह साडियां बच्चियां कह के गईयां ने एक मैसेज बड़ा जबरदस्त और चैलेंजिंग दस के गईयां ने कि
ਸਿਰਫ ਜਨਮ ਦਿਨ ਮਨਾ ਕੇ 2-4 ਦਿਨ ਗੱਲਾਂ ਕਰਕੇ ਖਤਮ ਕਰ ਦਿੰਦੇ ਆ, ਇਹ ਬੜੀ ਮਾੜੀ ਗੱਲ ਹੈ। ਅੱਜ ਇੱਕ ਪ੍ਰਣ ਕਰਕੇ ਜਾਣਾ ਹੈ ਕਿ ਅੱਜ ਤੋਂ ਬਾਅਦ ਅਸੀਂ ਅਗਲੇ ਦਿਨ ਕਿਹੜਾ ਉਹ ਕਰਮ ਕਰਨਾ ਹੈ ਜਿਸ ਨਾਲ ਅਸੀਂ ਬਾਬਾ ਸਾਹਿਬ ਦੀ ਫਿਲਾਸਫੀ ਦੇ ਨਾਲ ਹੋਰ ਵੱਧ ਜਾਈਏ। ਵਹਿਮਾਂ ਭਰਮਾਂ ਦਾ ਬਾਬਾ ਸਾਹਿਬ ਦੀ ਫਿਲਾਸਫੀ 'ਚ ਕੋਈ ਸਥਾਨ ਨਹੀਂ ਹੈ, ਪਰ ਅਸੀਂ ਸਾਰਾ ਸਾਲ ਉਹਨਾਂ ਦੀਆਂ ਗੱਲਾਂ ਕਰ ਕਰਕੇ ਫਿਰ ਉਹਨਾਂ ਹੀ ਧਾਰਮਿਕ ਜਗ੍ਹਾ ਤੇ ਤੁਰੇ ਰਹਿੰਦੇ ਆ ਤੇ ਚੜਾਵਾ ਚੜਾਈ ਜਾਂਦੇ ਆ ਜਿੱਥੇ ਬਾਬਾ ਸਾਹਿਬ ਨੇ ਸਾਨੂੰ ਮਨਾ ਕੀਤਾ ਸੀ। ਸੋ ਮੈਂ ਸੋਚਦਾ ਹਾਂ ਕਿ ਉਹਨਾਂ ਦੀ ਫਿਲਾਸਫੀ ਨੂੰ ਸੁਣ ਕੇ ਸਮਝ ਕੇ ਮੰਨਣ ਤੋਂ ਬਾਅਦ ਉਸ ਤੇ ਚੱਲਣ ਦੀ ਜ਼ਰੂਰਤ ਹੈ, ਔਰ ਜਿਨ੍ਹਾਂ ਦੇ ਅਸੀਂ ਉਹਨਾਂ ਦੀ ਫਿਲਾਸਫੀ ਤੇ ਚੱਲਦੇ ਨਹੀਂ ਉਦੋਂ ਤੱਕ ਮੇਰੇ ਸਾਥੀਓ ਦਿੱਲੀ ਦੇ ਰਸਤੇ ਤੇ ਚੱਲ ਕੇ ਦਿੱਲੀ ਨਹੀਂ ਪਹੁੰਚ ਹੋਣਾ। ਦਿੱਲੀ ਪਹੁੰਚਣ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਫਿਲਾਸਫੀਆਂ ਨੂੰ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤੇ ਨੇ ਉਹਨਾਂ ਤੇ ਚੱਲਿਆ ਜਾਵੇ। ਮੈਂ ਮਹਿਸੂਸ ਕਰਦਾ ਹਾਂ ਕਿ ਚਾਹੇ ਕਿੰਨੀ ਵੀ ਵਿਦਵਤਾ ਹੋਵੇ ਇਸ ਭਾਰਤ ਦੇਸ਼ ਵਿੱਚ ਕਿਸੇ ਵੀ ਇਨਸਾਨ ਵਿੱਚ, ਉਸ ਨੂੰ ਸਭ ਤੋਂ ਪਹਿਲਾਂ ਪਰਖਿਆ ਜਾਂਦਾ ਉਹਦੀ ਜਾਤੀ ਦੇ ਨਾਂ ਤੇ, ਉਹਦੇ ਗੁਣ ਕਰਮ, ਉਹਦੇ ਜੋ ਪਰਫਾਰਮੈਂਸ ਹੈ ਉਸ ਨੂੰ ਦੂਜੀ ਸਥਾਨ ਤੇ ਦੱਸਿਆ ਜਾਂਦਾ ਹੈ। ਸੋ ਬਾਬਾ ਸਾਹਿਬ ਨਾਲ ਵੀ ਇਸ ਤਰ੍ਹਾਂ ਹੀ ਹੋਇਆ, ਔਰ ਮੈਂ ਇਹ ਸਮਝਦਾ ਕਿ ਬਾਬਾ ਸਾਹਿਬ ਨੇ ਇਕੱਲਿਆਂ ਹੀ ਇਹ ਲੜਾਈ ਲੜੀ, ਔਰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਈ ਵਾਰੀ ਕਿਹਾ ਕਿ ਅਗਰ ਮੈਨੂੰ 10 ਇੰਜੀਨੀਅਰ 20 ਡਾਕਟਰ ਅਤੇ 30 ਵਕੀਲ ਮਿਲ ਜਾਣ ਤਾਂ ਮੈਂ ਇਸ ਸਾਰੇ ਆਪਣੇ ਸਮਾਜ ਦਾ ਕਾਇਆ ਕਲਪ ਬਦਲ ਕੇ ਰੱਖ ਦਿਆਂਗਾ। ਅੱਜ ਸ਼ਰਮ ਦੀ ਗੱਲ ਹੈ ਕਿ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਵਕੀਲ ਹਾਂ, ਡਾਕਟਰ ਹਾਂ, ਇੰਜੀਨੀਅਰ ਹਾਂ, IAS ਹਾਂ, ਪਰ ਘਾਟ ਫਿਰ ਉਸ ਬੱਚਿਆਂ ਦੇ ਸੰਦੇਸ਼ ਵਰਗੀ ਹੈ ਕਿ ਅਸੀਂ ਕਹਿੰਦੇ ਰਹਿੰਦੇ ਹਾਂ, ਕਰਦੇ ਨਹੀਂ। ਬਾਬਾ ਸਾਹਿਬ ਨੇ ਵਕੀਲਾਂ ਤੇ ਗਿਣਤੀ ਜ਼ਿਆਦਾ ਕਿਉਂ ਦੱਸੀ? ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਵਕੀਲ ਸਹਿਬਾਨ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਲੋਕਾਂ ਨੂੰ ਸਮਝਾ ਸਕਦੇ ਹਨ ਤੇ ਮੇਰੀ ਫਿਲਾਸਫੀ ਨੂੰ ਘਰ ਘਰ ਪਹੁੰਚਾ ਸਕਦੇ ਹਨ। ਮੈਂ ਇਸ ਫਲਸਫੇ ਦੇ ਨਾਲ 1981 ਤੋਂ ਬੱਝਾ, ਔਰ ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਫਲਸਫੇ ਨੂੰ ਸਮਝ ਕੇ ਉਸ ਤੇ ਚੱਲਿਆ ਜਾਵੇ। ਮੈਂ ਉਮੀਦ ਕਰਦਾ ਹਾਂ ਕਿ ਅੱਜ ਤੋਂ ਅਸੀਂ ਪ੍ਰਣ ਕਰਨਾ ਹੈ ਕਿ ਸਿਰਫ ਢੋਲਕੀਆਂ ਵਜਾ ਕੇ ਗੁਰਦੁਆਰੇ 'ਚ ਇਕੱਠੇ ਹੋ ਕੇ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸਾਨੂੰ ਕੁਝ ਕਰਨਾ ਚਾਹੀਦਾ ਹੈ, ਉਹ ਕਰਨਾ ਪਏਗਾ। ਜਿਨ੍ਹਾਂ ਦੇ ਅਸੀਂ ਕੁਝ ਅੱਛਾ ਕਰਮ ਨਹੀਂ ਕਰਦੇ ਸਾਡੇ ਦੁੱਖਾਂ ਦਾ ਨਾਸ਼ ਨਹੀਂ ਹੋਣਾ। ਰਾਜਨੀਤਿਕ ਪ੍ਰਾਪਤੀਆਂ ਤੋਂ ਪਹਿਲਾਂ ਸੰਸਕ੍ਰਿਤਿਕ ਕ੍ਰਾਂਤੀ ਬਹੁਤ ਜ਼ਰੂਰੀ ਹੈ, ਔਰ ਉਸ ਵਾਸਤੇ ਬਾਬਾ ਸਾਹਿਬ ਦੀ ਫਿਲਾਸਫੀ ਹੀ ਇੱਕੋ ਇੱਕ ਰਸਤਾ ਹੈ। ਜੇ ਬਾਬਾ ਸਾਹਿਬ ਸਿਰਫ ਆਪਣੇ ਹੀ ਸੁੱਖਾਂ ਨੂੰ ਧਿਆਨ 'ਚ ਰੱਖਦੇ ਤਾਂ 1936 ਵਿੱਚ ਬੰਬੇ ਹਾਈ ਕੋਰਟ ਵਿੱਚ ਉਹਨਾਂ ਨੂੰ ਹਾਈ ਕੋਰਟ ਦੇ ਜੱਜ ਦਾ ਅਹੁਦਾ ਮਿਲਦਾ ਸੀ, ਉਹ ਉਹਨਾਂ ਨੇ ਠੁਕਰਾ ਦਿੱਤਾ। ਕਾਰਨ ਇਹ ਦੱਸਿਆ ਕਿ ਜੇ ਮੈਂ ਹਾਈ ਕੋਰਟ ਦਾ ਜੱਜਸ਼ਿਪ ਲੈ ਲੈਣਾ ਹਾਂ ਤਾਂ ਮੈਂ ਉਹ ਕੰਮ ਨਹੀਂ ਕਰ ਸਕਾਂਗਾ ਜਿਹਦਾ ਮੈਂ ਬੀੜਾ ਚੁੱਕਿਆ ਤੇ ਸਹੁੰ ਖਾਧੀ ਹੈ ਕਿ ਜੇ ਮੈਂ ਆਪਣੇ ਜੀਵਨ ਵਿੱਚ ਇਹਨਾਂ ਲੋਕਾਂ ਦੇ ਦੁੱਖਾਂ ਤਕਲੀਫਾਂ ਦਾ ਨਾਸ਼ ਨਾ ਕਰ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਵਾਂਗਾ। ਸੋ ਇੰਨੀ ਕੁਰਬਾਨੀ ਉਹਨਾਂ ਦੀ ਉਸ ਸਮੇਂ ਜਦੋਂ ਉਹਨਾਂ ਦਾ ਸਾਥ ਕਿਥੇ ਨਹੀਂ ਦਿੱਤਾ, ਔਰ ਅੱਜ ਜਦੋਂ ਸਾਡੇ ਦਿਨ ਵੀ ਸੁਖਾਵੇਂ ਨੇ, ਪੜ੍ਹ ਲਿਖ ਵੀ ਗਏ ਆ, ਕਾਰਾਂ ਕੋਠੀਆਂ, ਅੱਛੇ ਸਮਾਜ, ਅੱਛੇ ਘਰ-ਬਾਰ ਵੀ ਬਹੁਤਿਆਂ ਕੋ ਆ ਗਏ ਨੇ, ਫਿਰ ਵੀ ਸਾਡੀ ਮਾਨਸਿਕਤਾ ਉੱਥੇ ਦੀ ਉੱਥੇ ਹੈ। ਅਸੀਂ ਸਮਾਜ ਲਈ ਕੁਝ ਨਹੀਂ ਕਰਨਾ ਚਾਹੁੰਦੇ। ਪੇ ਬੈਕ ਟੂ ਦ ਸੋਸਾਇਟੀ, ਇਹ ਬਹੁਤ ਜ਼ਰੂਰੀ ਗੱਲ ਹੈ। ਜਿਨ੍ਹਾਂ ਦੇ ਅਸੀਂ ਇਹ ਨਹੀਂ ਦੇਖਦੇ ਕਿ ਸੋਸਾਇਟੀ ਦਾ, ਸਮਾਜ ਦਾ ਸਾਡੇ ਤੇ ਕਰਜ਼ ਹੈ, ਉਸ ਨੂੰ ਲਾਉਣਾ ਸਾਡੀ ਜ਼ਿੰਮੇਵਾਰੀ ਹੈ, ਉਹਨਾਂ ਦੇ ਸਮਾਜ ਵਿੱਚ ਤਬਦੀਲੀ ਨਹੀਂ ਆ ਸਕਦੀ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ, ਔਰ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਬਾਬਾ ਸਾਹਿਬ ਦੀ ਫਿਲਾਸਫੀ ਨੂੰ ਸਮਝ ਕੇ ਉਹਨੂੰ ਹੋਰ ਅਪਣਾਈਏ ਅਤੇ ਲੋਕਾਂ ਤੱਕ ਘਰ ਘਰ ਸੰਦੇਸ਼ ਦੇ ਕੇ ਇਹ ਕਹੀਏ ਕਿ ਉਹਨਾਂ ਦੇ ਜੋ ਵਿਦਿਆ ਨੂੰ ਪਹਿਲ ਦੇਣੀ, ਸੰਘਰਸ਼ ਕਰਨਾ, ਇਕੱਠੇ ਹੋਣਾ ਵਾਲਾ ਸੰਦੇਸ਼ ਸੀਗਾ, ਉਸ ਨੂੰ ਅਮਲੀ ਜਾਨਵਾ ਪਹਿਨਾਇਆ ਜਾਵੇ। ਮੈਨੂੰ ਇਸ ਤੋਂ ਪਹਿਲਾਂ ਕਿ ਮੈਂ ਹੋਰ ਗੱਲ ਕਹਾਂ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੈਰਾਕ ਓਬਾਮਾ ਜੀ ਦੀ ਗੱਲ ਯਾਦ ਆਉਂਦੀ ਹੈ ਜਦੋਂ ਉਹਨਾਂ ਨੇ ਆਪਣੇ ਦੇਸ਼ ਵੱਲੋਂ UN ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਾ ਕੇ 14 ਅਪ੍ਰੈਲ ਬਾਬਾ ਸਾਹਿਬ ਦੀ ਜਨਮ ਦਿਨ ਨੂੰ ਵਰਲਡ ਨੌਲੇਜ ਡੇ ਡਿਕਲੇਅਰ ਕਰਵਾਇਆ, ਜਿਹੜਾ ਕਿ ਭਾਰਤ ਦਾ ਕੋਈ ਸਮਾਜ ਨਹੀਂ ਕਰਵਾ ਸਕਿਆ। ਇਸ ਦੇਸ਼ ਦੀ
ਕੋਈ ਵੀ ਸਰਕਾਰ ਹੋਵੇ, ਕਿਸੇ ਵੀ ਪਾਰਟੀ ਦੀ ਹੋਵੇ, ਉਹਨਾਂ ਨੂੰ ਬਾਬਾ ਸਾਹਿਬ ਦੀ ਵਿਦਵਤਾ ਯਾਦ ਨਹੀਂ ਆਈ। ਔਰ ਮੈਂ ਦੋ ਗੱਲਾਂ ਨੂੰ ਆਪਣੇ ਖਿਆਲ 'ਚ ਹਮੇਸ਼ਾ ਰੱਖਦਾ ਹਾਂ ਕਿ ਬਾਬਾ ਸਾਹਿਬ ਤੋਂ ਬਾਅਦ ਵਿੱਚ ਪੈਦਾ ਹੋ ਕੇ ਇੱਕ ਚੰਗੇ ਘਰਾਣੇ ਵਿੱਚੋਂ ਆ ਕੇ ਜੇ ਪਹਿਲਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਭਾਰਤ ਰਤਨ ਉਹਨਾਂ ਨੂੰ ਮਿਲ ਜਾਂਦਾ ਹੈ। ਪਰ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਸੰਘਰਸ਼ ਕਰਕੇ ਦੁਨੀਆ 'ਚ ਨਾਮ ਚਮਕਾਉਣ ਵਾਲੇ ਉਸ ਮਹਾਨ ਸ਼ਖਸੀਅਤ ਨੂੰ, ਉਸ ਰਹਿਬਰ ਨੂੰ, ਯੁੱਗ ਪੁਰਸ਼ ਨੂੰ 1956 ਤੋਂ ਲੈ ਕੇ 1992 ਤੱਕ ਕਿਸੇ ਵੀ ਪਾਰਟੀ ਨੇ, ਕਿਸੇ ਵੀ ਰਾਜਨੀਤਿਕ ਜਥੇਬੰਦੀ, ਸਮਾਜਿਕ ਜਥੇਬੰਦੀ ਨੇ ਇਹ ਉਪਰਾਲਾ ਨਹੀਂ ਕੀਤਾ ਕਿ ਇਹਨਾਂ ਨੂੰ ਵੀ ਭਾਰਤ ਰਤਨ ਦੇ ਖਿਤਾਬ ਨਾਲ ਨਵਾਜਿਆ ਜਾਵੇ। ਔਰ ਜੋ 1992 ਚ ਖਿਤਾਬ ਮਿਲਿਆ, ਇਹ ਇੱਕ ਅੱਖਾਂ ਪੂੰਝਣ ਵਾਲੀ ਗੱਲ ਹੈ। ਔਰ ਇਸ ਦੇ ਪਿੱਛੇ ਦੋ ਚੀਜ਼ਾਂ ਮੈਨੂੰ ਹਮੇਸ਼ਾ ਖਟਕਦੀਆਂ ਰਹਿੰਦੀਆਂ ਨੇ। ਨੰਬਰ 1, ਜਾਂ ਤਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਖਿਤਾਬ ਦਿੱਤਾ ਉਹਨਾਂ ਨੂੰ ਬਾਬਾ ਸਾਹਿਬ ਦੀ ਫਿਲਾਸਫੀ ਸਮਝ ਹੀ ਨਹੀਂ ਆਈ ਕਿ ਕੀ ਹੈ। ਨੰਬਰ 2, ਜੇ ਉਹਨਾਂ ਨੂੰ ਸਮਝ ਆਈ ਸੀ ਤੇ ਉਹ ਬੇਈਮਾਨ ਸਨ ਜਿਨ੍ਹਾਂ ਨੇ 1956 ਤੋਂ ਲੈ ਕੇ 1992 ਤੱਕ ਇਹ ਖਿਤਾਬ ਨਹੀਂ ਦਿੱਤਾ। ਇਹ ਖਿਤਾਬ ਕੋਈ ਸਾਡੇ ਸਮਾਜ ਤੇ ਬਾਬਾ ਸਾਹਿਬ ਤੇ ਅਹਿਸਾਨ ਨਹੀਂ ਹੈ, ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਇੱਕ ਐਕਨੋਲਜਮੈਂਟ ਹੈ, ਪਹਿਚਾਨ ਹੈ, ਰੈਕੋਗਨੀਸ਼ਨ ਹੈ। ਸੋ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਇਕੱਠਾਂ ਵਿੱਚ ਜਦੋਂ ਵੀ ਅਸੀਂ ਆਉਂਦੇ ਹਾਂ ਕੁਝ ਨਾ ਕੁਝ ਬਾਬਾ ਸਾਹਿਬ ਦੇ ਸਾਰੇ ਜੀਵਨ ਵਿੱਚੋਂ ਅਸੀਂ ਕੁਝ ਸਿੱਖ ਕੇ ਔਰ ਇਹ ਤੈਅ ਕਰਕੇ ਚੱਲੀਏ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨਾਂ ਗੱਲਾਂ ਨੂੰ ਘੱਟੋ ਘੱਟ 1 ਸਾਲ ਦੇ ਸਮਾਂ ਤੈਅ ਕਰਕੇ ਇਹ ਗੱਲਾਂ ਨੂੰ ਅਸੀਂ ਆਪਣਾ ਅਮਲੀ ਜਾਮਾ ਪਹਿਨਾਉਣਾ ਹੈ। ਕਿਸੇ ਬੱਚੇ, ਗਰੀਬ ਬੱਚੇ ਦੀ ਮਦਦ ਕਰਨੀ ਹੈ, ਕਿਸੇ ਸੰਸਥਾ ਦੇ ਨਾਲ ਖੜੇ ਹੋ ਕੇ ਬਾਲੀ ਜੋ ਉਹਨਾਂ ਸਹਾਇਤਾ ਕਰਨੀ ਹੈ ਤਾਂ ਕਿ ਉਹ ਇਸ ਤਰ੍ਹਾਂ ਦੇ ਬਾਬਾ ਸਾਹਿਬ ਦੀ ਫਿਲਾਸਫੀ ਨੂੰ ਹੋਰ ਅੱਗੇ ਵਧਾ ਸਕਣ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫਿਰ ਆਪਣੇ ਵੱਲੋਂ ਤੇ ਮੇਰੀ ਬੇਟੀ ਮਧੂ ਰਚਨਾ ਜੋ ਮੇਰੇ ਨਾਲ ਹੀ ਵਕੀਲ ਹਨ ਉਹਨਾਂ ਵੱਲੋਂ ਤੁਹਾਨੂੰ ਸਭ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ। ਉਮੀਦ ਕਰਦਾ ਹਾਂ ਇਹ ਚੇਤਨਾ ਮਾਰਚ ਦੇ ਸਾਥੀ ਜਿਨ੍ਹਾਂ ਨੇ ਇੰਨਾ ਵੱਡਾ ਬੀੜਾ ਚੁੱਕਿਆ ਹੈ ਔਰ ਕਾਮਯਾਬੀ ਇਹਨਾਂ ਦੇ ਪੈਰ ਛੂ ਰਹੀ ਹੈ, ਇਸੇ ਤਰ੍ਹਾਂ ਕਾਮਯਾਬੀਆਂ ਦੇ ਬੁਲੰਦੀਆਂ ਤੇ ਪਹੁੰਚਣ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭੀਮ। ਬਾਬਾ ਤੇਰੀ ਸੋਚ ਤੇ, ਬਾਬਾ ਤੇਰੀ ਸੋਚ ਤੇ। ਸਭ ਤੋਂ ਪਹਿਲਾਂ ਅੱਜ ਜਿਹਨਾਂ ਨੇ ਇੱਥੇ ਮੰਚ ਲਗਾਇਆ ਵਾ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਇਸ ਪਾਵਨ ਜਨਮ ਦਿਨ ਤੇ ਬਹੁਤ ਵੱਡਾ ਵਿਸ਼ਾਲ ਮੰਚ ਹਰ ਸਾਲ ਹੀ ਲਗਾਉਂਦੇ ਆ। ਇਸ ਸਾਲ ਬਹੁਤ ਜ਼ਿਆਦਾ ਤੇ ਨਾਲ ਦੇ ਨਾਲ ਲੋਕ ਬੈਠੇ, ਬਹੁਤ ਖੁਸ਼ੀ ਦੀ ਗੱਲ ਆ ਕਿ ਇੱਕ ਦਲਿਤ ਭਾਈਚਾਰਾ ਇੱਕ ਪਲੇਟਫਾਰਮ ਤੇ ਆਇਆ। ਸਾਡੇ ਤੋਂ ਪਹਿਲਾਂ ਜਿਹੜੇ ਬਜ਼ੁਰਗ ਇੱਥੇ ਆਏ ਬਹੁਤ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ ਕਿ ਬਾਬਾ ਸਾਹਿਬ ਅੰਬੇਦਕਰ ਨੇ ਕੀ ਕੀਤਾ, ਕਿੱਥੇ ਤੱਕ ਉਹਨਾਂ ਨੇ ਰਣਨੀਤੀ ਬਣਾਈ, ਕੀ ਕੀਤਾ, ਕਿੱਥੇ ਤੱਕ ਰਹਿਣ ਤੱਕ ਚਾਹੇ। ਪਰ ਅੱਜ ਤੱਕ ਕੋਈ ਬਾਬਾ ਸਾਹਿਬ ਦੀ ਸੋਚ ਤੇ ਚੱਲਿਆ ਵਾ? ਆਪਾਂ ਲੋਕ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਦੇ ਕੀ ਦੌੜ ਸਕਦੇ ਆ? ਹੋਰ ਸਾਡੇ ਪੱਲੇ ਕੁਝ ਨਹੀਂ ਹੈ। ਇਸ ਵਾਰ 100 ਖਾ ਲਓ, ਆਪਾਂ ਬੀਐਸਪੀ ਦੇ ਨਾਲ ਚੱਲਣਾ, ਦਿਲੋਂ ਚੱਲਣਾ ਵਾ। ਵਾਲਮੀਕ ਭਾਈਚਾਰਾ ਦਿਲੋਂ ਚੱਲੇਗਾ ਔਰ ਦਿਲੋਂ ਕਰਕੇ ਦਿਖਾਏਗਾ ਨਾਲ। ਜੈ ਭੀਮ। ਔਰ ਬਾਬਾ ਸਾਹਿਬ ਅੰਬੇਦਕਰ ਜੀ ਅੱਜ ਗੱਲ ਕਰਦੇ ਆ ਕਿ ਜੋ ਉਹਨਾਂ ਦਾ 127ਵਾਂ ਜਨਮ ਦਿਨ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ, ਉਸ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਇਸ ਦੇਸ਼ ਨੂੰ ਜੋ ਉਹਨਾਂ ਨੇ ਦੇਣ ਦਿੱਤੀ ਆ। ਔਰ ਬਾਬਾ ਸਾਹਿਬ ਨੇ ਜੇ ਸੰਵਿਧਾਨ ਲਿਖਿਆ ਉਹ ਸਾਰਿਆਂ ਵਾਸਤੇ ਲਿਖਿਆ, ਸਾਡੇ ਇਕੱਲੇ ਵਾਸਤੇ ਨਹੀਂ ਲਿਖਿਆ। ਜਿਹੜਾ ਅੱਜ ਬੀਜੇਪੀ ਸਰਕਾਰ ਆ, ਆਰਐਸਐਸ ਵਾਲੇ ਸਾਡੇ ਨਾਲ ਧੱਕਾ ਕਰ ਰਹੇ ਆ। ਔਰ ਮੈਂ ਜ਼ਿਆਦਾ ਨਾ ਕਹਿੰਦਾ ਆ, ਛੋਟੀ ਜਿਹੀ ਗੱਲ ਖਤਮ ਕਰੂੰਗਾ। ਆਪਾਂ ਇੱਕ ਹੋ ਜਾਈਏ, ਆਪਾਂ ਢੇਰੀ ਲਿਆ ਦਾਂਗੇ, ਤੂਫਾਨ ਵੀ ਲਿਆ ਸਕਦੇ ਆ ਜੇ ਆਪਾਂ ਇਕੱਠੇ ਹੋਵਾਂਗੇ ਤਾਂ।